ਪੰਜਾਬੀ ਸ਼ਾਇਰੀ ਦੇ ਵਿੱਚ ਸਾਡੇ ਸੂਫੀਆਏ ਕਰਾਮ ਦਾ ਬਹੁਤ ਵੱਡਾ ਹੱਥ ਹੈ। ਸਾਡੇ ਸੂਫੀ ਸ਼ਾਇਰ ਨਾ ਹੁੰਦੇ ਤੇ ਸਾਡੀ ਜ਼ੁਬਾਨ ਵੀ ਨਾ ਹੁੰਦੀ। ਇਸ ਵਾਸਤੇ ਕਰਕੇ ਕਿ ਉਹਨਾਂ ਦੀ ਜਿਹੜੀ ਪੰਜਾਬੀ ਬੋਲੀ ਸੀ ਜਾਂ ਜੋ ਕੁਝ ਉਹਨਾਂ ਲਿਖਿਆ ਸੀ, ਉਹ ਸਾਡੇ ਇਸ ਦੌਰ ਤੱਕ ਇੱਕ ਤਾਰੀਖ ਵੀ ਹੈ ਔਰ ਉਹਦੇ ਨਾਲ ਨਾਲ ਸਾਨੂੰ ਇਹ ਪਤਾ ਵੀ ਲੱਗਦਾ ਹੈ ਕਿ ਕਿਹੜੇ ਇਲਾਕੇ 'ਚ ਕਿਹੜਾ ਲਹਿਜਾ ਬੋਲਿਆ ਜਾਂਦਾ ਸੀ ਜਾਂ ਪੰਜਾਬੀ ਦੇ ਕਿਹੜੇ ਅੱਖਰ ਉੱਥੇ ਵਰਤੇ ਜਾਂਦੇ ਸਨ। ਇਸ ਲਿਹਾਜ਼ ਨਾਲ ਜਦੋਂ ਅਸੀਂ ਸੁਲਤਾਨੁਲ ਆਰਿਫੀਨ ਹਜ਼ਰਤ ਸੁਲਤਾਨ ਬਾਹੂ ਰਹਿਮਤੁल्लाह अलैह ਦੇ ਕਲਾਮ ਨੂੰ ਵੇਖਦੇ ਹਾਂ ਤੇ ਸਾਨੂੰ ਇੱਕ ਬੜੀ ਰੰਗਾ ਰੰਗੀ ਮਿਲਦੀ ਉਹਨਾਂ ਦੀ ਬੋਲੀ ਦੇ ਵਿੱਚ ਜਿਹੜੀ ਚੰਗ ਤੇ ਸ਼ੋਰ ਕੋਟ ਦੇ ਵਿੱਚ ਬੋਲਿਆ ਜਾਂਦਾ ਲਹਿਜਾ, ਉਹਦੇ ਬਹੁਤ ਸਾਰੇ ਅੱਖਰ ਮਿਲਦੇ ਨੇ ਤੇ ਬਹੁਤ ਹੀ ਮਜ਼ਾ ਆਉਂਦਾ ਹੈ ਉਹ ਪੜ੍ਹਨ ਦੇ ਵਿੱਚ। ਦੂਸਰਾ, ਉਹ ਜਿਹੜਾ ਉਸ ਕਲਾਮ ਦੇ ਵਿੱਚ ਜਿਹੜਾ ਤਸਵੁਫ ਹੈ ਔਰ ਜਿਹੜੀ ਫਿਲਾਸਫੀ ਹੈ ਉਹਦਾ ਵੀ ਆਪਣਾ ਇੱਕ ਰੰਗ ਹੈ ਔਰ ਉਸ ਸ਼ਾਇਰੀ ਨੂੰ ਵੀ ਅਸੀਂ ਕਿਸੇ ਵੱਡੀ ਸ਼ਾਇਰੀ ਤੋਂ ਘੱਟ ਨਹੀਂ ਸਮਝ ਸਕਦੇ। ਮੈਂ ਅੱਜ ਤੁਹਾਡੇ ਸਾਹਮਣੇ 4 ਲਾਈਨਾਂ ਪੇਸ਼ ਕਰਦਾ ਇਹਨਾਂ ਦੇ ਕਲਾਮ ਦੇ ਵਿੱਚੋਂ, ਬਾਬਾ ਬਾਹੂ ਰਹਿਮਤੁल्लाह अलैह ਦੇ ਕਲਾਮ ਦੇ ਵਿੱਚੋਂ, ਜਿਹੜੀ ਸ਼ੁਰੂ ਦੀਆਂ 4 ਲਾਈਨਾਂ ਕਿ ਅਲਫ ਅਲਾ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਮੁਰਸ਼ਦ ਲਾਈ ਹੂ। ਅਲਫ ਅਲਾ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਮੁਰਸ਼ਦ ਲਾਈ ਹੂ। ਨਫੀ ਅਸਬਾਤ ਦਾ ਪਾਣੀ ਮਿਲਿਓਸ ਹਰ ਰੱਗੇ ਹਰ ਜਾਈ ਹੂ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਣ ਤੇ ਆਈ ਹੂ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਣ ਤੇ ਆਈ ਹੂ। ਜੀਵੇ ਮੁਰਸ਼ਦ ਕਾਮਿਲ ਬਾਹੂ ਜੈ ਬੂਟੀ ਲਾਈ ਹੂ। ਇਹ ਸ਼ੇਰ ਪੜ੍ਹਨ ਦਾ ਜਾਂ ਮਿਸਰੇ ਪੜ੍ਹਨ ਦਾ ਮਕਸਦ ਸਿਰਫ ਔਰ ਸਿਰਫ ਇਹ ਹੈ ਕਿ ਸਾਡੇ ਬਹੁਤ ਸਾਰੇ ਜਿਹੜੇ ਗਾਇਕ ਨੂੰ ਜਾਂ ਸੋਸ਼ਲ ਮੀਡੀਆ ਤੇ ਬੈਠੇ ਹੋਏ ਨੌਜਵਾਨ ਨੂੰ ਉਹ ਬਿਨਾਂ ਵੇਖੇ, ਬਿਨਾਂ ਪੜ੍ਹੇ ਤੇ ਬਿਨਾਂ ਹੀ ਤਸਦੀਕ ਕੀਤੇ ਕਿ ਇਹ ਜਿਹੜਾ ਕਲਾਮ ਹੈ ਇਹ ਕਿੱਥੋਂ ਲਿਆ ਗਿਆ ਜਾਂ ਕਿਹਨੇ ਛਾਪਿਆ, ਅੱਗੇ ਵਧਾ ਦਿੰਦੇ ਨੇ ਔਰ ਇਹਦੇ ਨਾਲ ਬਹੁਤ ਸਾਰੇ ਮਸਲੇ ਪੈਦਾ ਹੁੰਦੇ ਨੇ। ਸਾਰਾ ਕਲਾਮ ਹੀ ਉਸੀ ਤਰ੍ਹਾਂ ਪੜ੍ਹਿਆ ਜਾਂਦਾ ਹੈ ਜਿਹੜਾ ਗਲਤ ਕਲਾਮ ਹੁੰਦਾ ਹੈ। ਜਿਵੇਂ ਕਿ ਇਹ ਸਾਡਾ ਕਲਾਮ ਹੈ, ਇਸ ਨੂੰ ਜਿਹੜੇ ਸਾਡੇ ਅੱਛੇ ਗਾਇਕ, ਇੱਕ ਬੜਾ ਮਸ਼ਹੂਰ ਗਾਇਕ ਹੈ ਜਿਹੜਾ ਬਾਬੇ ਬਾਹੂ ਦੇ ਕਲਾਮ ਦੇ ਹਵਾਲੇ ਨਾਲ ਜਾਣਿਆ ਜਾਂਦਾ ਹੈ, ਉਹਨੇ ਵੀ ਬਹੁਤ ਸਾਰੇ ਸ਼ੇਰ ਜਿਹੜੇ ਉਹਨਾਂ ਨੂੰ ਕੋਈ ਕਿਤਾਬ ਵੇਖ ਕੇ ਬਿਨਾਂ ਹੀ ਮੇਰੇ ਖਿਆਲ 'ਚ ਜਿਹੜੇ ਸੀਨਾ ਦਰ ਸੀਨਾ ਚੱਲੇ ਆਏ ਨਾ ਗਲਤ ਹੁੰਦੇ ਗਏ। ਇਹ ਨਹੀਂ ਕਿ ਸੀਨਾ ਦਰ ਸੀਨਾ ਚੱਲੀ ਆਈ ਸ਼ਾਇਰੀ ਗਲਤ ਹੁੰਦੀ ਹੈ, ਮਗਰ ਬਹੁਤ ਸਾਰੇ ਸੀਨੇ ਜਾਂ ਬਹੁਤ ਸਾਰੀ ਜ਼ਬਾਨਾਂ ਤੋਂ ਨਿਕਲ ਕੇ ਕਈ ਅੱਖਰ ਜਿਹੜੇ ਨੂੰ ਵਿਗੜ ਜਾਂਦੇ ਨੇ ਤੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਅਸਲ 'ਚ ਅਲਫ ਅਲਾ ਚੰਬੇ ਦੀ ਬੂਟੀ ਮੇਰੇ ਮਨ ਵਿੱਚ ਮੁਰਸ਼ਦ ਲਾਈ ਹੂ, ਯਾਨੀ ਕਿ ਚੰਬੇ ਦੀ ਬੂਟੀ ਮੇਰੇ ਮਨ ਦੇ ਵਿੱਚ ਮੇਰੇ ਮੁਰਸ਼ਦ ਨੇ ਲਾਈ। ਨਫੀ ਅਸਬਾਤ ਦਾ ਪਾਣੀ ਮਿਲਿਓਸ, ਖਾਸ ਤੌਰ ਤੇ ਮੈਂ ਮਿਲਿਓਸ ਵੱਲ ਧਿਆਨ ਦਿਵਾਉਣਾ ਚਾਹੁੰਦਾ ਤੁਹਾਡਾ ਕਿ ਬਾਬੇ ਹੋਰਾਂ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਨਫੀ ਅਸਬਾਤ ਦਾ ਪਾਣੀ ਮਿਲਿਓਸ, ਯਾਨੀ ਉਸ ਬੂਟੀ ਨੂੰ ਮਿਲਿਆ, ਉਹਨੂੰ ਮਿਲਿਆ। ਮਿਲਿਓਸ ਦਾ ਮਤਲਬ ਉਸ ਨੂੰ ਮਿਲਿਆ। ਨਫੀ ਅਸਬਾਤ ਦਾ ਪਾਣੀ ਮਿਲਿਓਸ ਹਰ ਰੱਗੇ ਹਰ ਜਾਈ ਹੂ। ਅੰਦਰ ਬੂਟੀ ਮੁਸ਼ਕ ਮਚਾਇਆ, ਅੱਛਾ ਬੂਟੀ ਅੰਦਰ ਖੁਸ਼ਬੂ ਫੈਲਾਈ ਹੈ, ਮਚਾਈ ਹੈ। ਜਾਂ ਫੁੱਲਣ ਤੇ ਆਈ ਹੂ, ਜਾਂ ਫੁੱਲਣ ਤੇ ਆਈ, ਜਿਸ ਵੇਲੇ ਉਸ ਦੇ ਉੱਤੇ ਫੁੱਲ ਲੱਗੇ, ਉਹਦੇ ਉੱਤੇ ਬਹਾਰ ਆਈ ਤੇ ਉਹਨੇ ਅੰਦਰ ਖੁਸ਼ਬੂ ਫੈਲਾ ਦਿੱਤੀ। ਕਿੱਥੇ ਅੰਦਰ? ਕਿਹਦੇ ਅੰਦਰ? ਮਨ ਦੇ ਅੰਦਰ, ਕਿਉਂਕਿ ਬੂਟੀ ਤੇ ਮਨ ਦੇ ਅੰਦਰ ਲੱਗੀ ਹੋਈ ਸੀ। ਜੀਵੇ ਮੁਰਸ਼ਦ ਕਾਮਿਲ ਬਾਹੂ ਜੈ ਬੂਟੀ ਲਾਈ ਹੂ। ਜੈ ਤੋਂ ਮੁਰਾਦ ਕਿ ਜਿਨਨੇ ਇਹ ਬੂਟੀ ਲਾਈ। ਅੱਛਾ, ਸਾਡੇ ਹੁਣ ਗਾਣ ਵਾਲੇ ਜਾਂ ਪੜ੍ਹਨ ਵਾਲੇ ਲਿਖਣ ਵਾਲੇ ਇਸ ਤਰ੍ਹਾਂ ਲਿਖ ਦਿੰਦੇ ਨੇ ਕਿ ਅਲਫ ਅਲਾ ਚੰਬੇ ਦੀ ਬੂਟੀ ਮੁਰਸ਼ਦ ਮਨ ਵਿੱਚ ਲਾਈ ਹੂ। ਉਸ ਤੋਂ ਮਹਿਸੂਸ ਹੁੰਦਾ ਕਿ ਮੁਰਸ਼ਦ ਆਪਣੇ ਮਨ ਦੇ ਵਿੱਚ ਬੂਟੀ ਲਾਈ, ਜਿਹੜੀ ਸਰਾਸਰ ਗਲਤ ਹੈ। ਮੇਰੇ ਮਨ ਵਿੱਚ, ਯਾਨੀ ਮੇਰੇ ਮਨ ਦੇ ਅੰਦਰ ਇੱਕ ਮੁਰਸ਼ਦ ਨੇ ਚੰਬੇ ਦੀ ਬੂਟੀ ਲਾਈ ਹੈ ਜਿਸ ਦੇ ਵਿੱਚ ਨਫੀ ਤੇ ਅਸਬਾਤ ਦਾ ਪਾਣੀ ਹੈ। ਅਗਲੇ ਮਿਸਰੇ 'ਚ ਕਹਿੰਦੇ ਨਫੀ ਅਸਬਾਤ ਦਾ ਪਾਣੀ ਮਿਲਿਆ, ਯਾਨੀ ਉਸ ਬੂਟੀ ਨੂੰ ਨਫੀ ਅਸਬਾਤ ਦਾ ਪਾਣੀ ਮਿਲਿਆ
ਉਹਨੇ ਹਰ ਰਗ ਤੇ ਹਰ ਜਾਈ ਤੱਕ ਉਹ ਪਹੁੰਚਾਇਆ ਪਾਣੀ, ਜਿਹੜਾ ਪਾਣੀ ਨਫੀਸ ਬਾਤ ਦਾ ਸੀ। ਅੰਦਰ ਬੂਟੀ ਮੁਸ਼ਕ ਮਚਾਇਆ ਜਾਂ ਫੁੱਲਣ ਤੇ ਆਈ, ਤੇ ਉਸ ਦੀ ਵਜ੍ਹਾ ਨਾਲ, ਬੂਟੀ ਦੀ ਵਜ੍ਹਾ ਨਾਲ ਅੰਦਰ ਖੁਸ਼ਬੂ ਪੈਦਾ ਹੋਈ ਜਿਸ ਵੇਲੇ ਉਹ ਫੁੱਲਣ ਦੇ ਉੱਤੇ ਆਈ। ਲੇਕਿਨ ਇੱਥੇ ਆਖਿਆ ਜਾਂਦਾ ਹੈ ਕਿ ਅੰਦਰ ਬੂਟੀ ਮੁਸ਼ਕ ਮਚਾਇਆ ਜਾਨ ਫੁੱਲਣ ਤੇ ਆਈ। ਇੱਥੇ ਸ਼ੇਰ ਦਾ ਬਿਲਕੁਲ ਮਤਲਬ ਹੀ ਬਦਲ ਜਾਂਦਾ, ਫਿਲਾਸਫੀ ਬਦਲ ਜਾਂਦੀ। ਵੇਖੋ, ਜਾਨ ਕਦੇ ਵੀ ਨਹੀਂ ਫੁੱਲਦੀ, ਜਾਨ ਖਤਮ ਹੁੰਦੀ ਹੈ। ਜਾਨ ਦੇ ਨਾਲ ਹੋਰ ਬਹੁਤ ਸਾਰੇ ਮਸਲੇ ਪੇਸ਼ ਆ ਸਕਦੇ ਨੇ, ਮਗਰ ਉਹ ਫੁੱਲਦੀ ਨਹੀਂ, ਉਹ ਕੋਈ ਚੀਜ਼ ਨਹੀਂ ਹੈ। ਇਸ ਤਰ੍ਹਾਂ ਦੀ ਜਾਨ ਕੋਈ ਚੀਜ਼ नहीं है, वो एक रूह है, एक अब्स्ट्रैक्ट चीज़ है। वो ये नहीं कि कोई फोम है या कोई इस तरह की चीज़ जिससे पानी पाया तो फुल गई। हाँ, ये हो सकता है कि वो ख़त्म हो जाती है, वो रूह हवा हो जाता है, वो रूह चली जाती, जी जान है वो ख़त्म हो जाती है। ये तो असी कह सकते हैं, मगर जान फुलन ते आई हो तो बिल्कुल सरासर गलत है। इस वास्ते करके कि जी बूटी है उत्ते लिखा हुआ है कि चंबे की बूटी मेरे मन विच लाई। और मन दे विच जदों उत्ते तय हो गया कि लगी हुई बूटी, तो फिर उसनूं जान नाल ते असी दे ही नहीं सकते, उसकी मिसाल दे ही नहीं सकते। इस वास्ते कि दिल ते जान दे विच जमीन आसमान का फर्क है। जीवे मुर्शद कामिल बाहू जय ही बूटी लाई, तो बदले पढ़ते हैं जय की जगह पढ़ते हैं जिससे बूटी लाई, जो गलत है। और उत्ते जो पढ़ते हैं अल्लाह फला चंबे की बूटी मुर्शद मन विच मुर्शद लाई, ये भी गलत है। नफी इसबात का पानी मिले से असल दे विच ते कहते नफी इसबात का पानी मिलिया, अगों कहते हर रगे हर जाई तो ठीक। चलो, अंदर बूटी मुशक मचाया, असल खराबी इत्थों पैदा होंदी, जां फुलन ते आए दे बजाय पढ़िया जाता है जान फुलन ते आई। अंदर बूटी मुशक मचाए जां फुलन ते आई, जदों फुलन ते आई। ਇਹ ਸ਼ੇਰ ਮੈਂ ਇਸ ਵਾਸਤੇ ਵੀ ਪੜ੍ਹਨ ਕਿ ਸਾਡੇ ਜਿਹੜੇ ਕਲਾਸੀਕਲ ਸ਼ਾਇਰ ਨੂੰ ਉਹਨਾਂ ਦੇ ਕਲਾਮ ਦੇ ਵਿੱਚ, ਜਾਂ ਸਾਡੇ ਜਿਹੜੇ ਸੂਫੀ ਸ਼ਾਇਰ ਨੂੰ ਉਹਨਾਂ ਦੇ ਕਲਾਮ ਵਿੱਚ ਬਹੁਤ ਸਾਰੀ ਇਜ਼ਾਫੇ ਵੀ ਕਰ ਦਿੱਤੇ ਗਏ, ਔਰ ਬਹੁਤ ਸਾਰੀ ਚੀਜ਼ਾਂ ਗਲਤ ਵੀ ਪੜ੍ਹੀਆਂ ਜਾਂਦੀਆਂ, ਜਿਹਦੇ ਨਾਲ ਉਸ ਕਲਾਮ ਦੀ ਜਿਹੜੀ ਅਸਲ ਰੂਹ ਹੈ ਉਹ ਖਤਮ ਹੋ ਜਾਂਦੀ ਹੈ। ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਜਿਹੜੀ ਇੱਕ ਅੱਛੀ ਕਿਤਾਬ, ਜਿਹੜੀ ਬੜੀ ਮੁਤੱਲਲ ਕਿਤਾਬ ਹੈ, हज़रत बाहू रहमतुल्लाह अलैह दी सुल्तानुल आरिफीन हज़रत सुल्तान बाहू रहमतुल्लाह अलैह दी, ਉਹਦੇ ਵਿੱਚੋਂ ਪੜ੍ਹ ਕੇ ਤੇ ਜੋ ਕੁਝ ਮੈਂ ਸੁਣਿਆ ਸੀ 30-40 ਸਾਲ ਤੋਂ ਮੈਂ ਇਸ ਤਰ੍ਹਾਂ ਸੁਣ ਰਿਹਾ ਜਿਸ ਤਰ੍ਹਾਂ ਹੀ ਸ਼ੇਰ ਨੂੰ, ਔਰ ਇਹਦੇ ਵਿੱਚ ਜਿਹੜੀ ਗਲਤ ਚੀਜ਼ਾਂ ਨੂੰ ਵੀ ਤੁਸੀਂ ਸੁਣਦੇ ਰਹਿੰਦੇ ਹੋਗੇ, ਗਾਈ ਜਾਂਦੀਆਂ ਨੇ, ਪੜ੍ਹੀ ਜਾਂਦੀਆਂ, ਜਿਹਦੇ ਵਿੱਚ 2-3 ਲਫ਼ਜ਼ ਗਲਤ ਯੂਜ਼ ਕੀਤੇ ਜਾਂਦੇ ਨੇ, ਜਿਹਦੇ ਨਾਲ ਉਸ ਪੂਰੇ ਕਲਾਮ ਦਾ ਜਿਹੜਾ ਲੁਬੇ ਲੁਬਾਬ ਹੈ, ਉਹ ਜਿਹੜਾ ਸੁਨਿਆ ਜਿਹੜੀ ਰੂਹ ਹੈ ਉਹ ਜ਼ਾਇਆ ਹੋ ਜਾਂਦੀ, ਸਾਡੇ ਤੱਕ ਨਹੀਂ ਪਹੁੰਚਦੀ। ਤੁਹਾਨੂੰ ਇਹ ਕਿਸ ਤਰ੍ਹਾਂ ਦੇ ਲੱਗੀਆਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਹਜ਼ਰਤ ਸੁਲਤਾनुल आरिफीन हज़रत बाबा बाहू, हज़रत बाबा सुल्तान बाहू होरां दे बारे च, जरा ਇਹਦੇ ਬਾਰੇ ਚ ਤੁਸੀਂ ਦੱਸਣਾ, ਸਾਨੂੰ ਇੰਤਜ਼ਾਰ ਰਵੇ।